ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਤਾਂ ਮੈਂ ਇਸ ਵਕਤ ਬਠਿੰਡਾ ਦੇ ਵਿਰਕ ਕਲਾਂ ਪਿੰਡ 'ਚ ਮੌਜੂਦ ਹਾਂ। ਇਸ ਪਿੰਡ ਦਾ ਤੁਹਾਨੂੰ ਦੱਸ ਦਈਏ 11 ਦਸੰਬਰ 2016 ਦੇ ਵਿੱਚ ਬਠਿੰਡਾ ਟਰਮੀਨਲ ਦੀ ਸ਼ੁਰੂਆਤ ਕੀਤੀ ਗਈ ਸੀ। ਤਾਂ ਇੱਥੇ ਹਵਾਈ ਅੱਡਾ ਜਿਹੜਾ ਉਹ ਬਣਾਇਆ ਗਿਆ ਸੀਗਾ। ਇਹ ਜਿਹੜੀ ਸੁਗਾਤ ਸੀਗੀ ਤੁਹਾਨੂੰ ਦਿਖਾ ਰਹੇ ਜਿਹੜਾ ਬੋਰਡ ਲਿਖਿਆ ਹੋਇਆ ਹੈ, ਇਹ 11 ਦਸੰਬਰ 2016 ਦੇ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਉਹਨਾਂ ਵੱਲੋਂ ਇਹਨਾਂ ਦਾ ਡ੍ਰੀਮ ਪ੍ਰੋਜੈਕਟ, ਜਿਹੜਾ ਵੱਡਾ ਡ੍ਰੀਮ ਪ੍ਰੋਜੈਕਟ ਮਾਲਵਾ ਦੇ ਇਲਾਕੇ ਦੇ ਲੋਕਾਂ ਨੂੰ ਦਿੱਤਾ ਗਿਆ ਸੀ। ਉਹ 에ਅਰਪੋਰਟ ਸੀਗਾ ਜਿੱਥੋਂ ਬਠਿੰਡਾ ਤੋਂ ਦਿੱਲੀ ਤੇ ਬਠਿੰਡਾ ਤੋਂ ਜੰਮੂ ਲਈ ਫਲਾਈਟਾਂ ਚੱਲਦੀਆਂ ਸੀ। ਇਹ ਵੱਡੀ ਕੋਸ਼ਿਸ਼ ਜਿਹੜੀ ਸੀ ਅਕਾਲੀ ਦਲ ਵੱਲੋਂ ਕੀਤੀ ਗਈ ਸੀ ਕਿ ਜਿਹੜੇ ਮਾਲਵੇ ਦੇ ਲੋਕ ਹੈਗੇ ਆ, ਮਾਲਵਾ ਦੇ ਨਾਲ ਨਾਲ ਰਾਜਸਥਾਨ ਦਾ ਬਾਰਡਰ ਲੱਗਦਾ, ਹਰਿਆਣਾ ਦਾ ਬਾਰਡਰ ਲੱਗਦਾ, ਤਾਂ ਤਮਾਮ ਉਹਨਾਂ ਲੋਕਾਂ ਨੂੰ ਹਵਾਈ ਦਾ ਜਹਾਜ਼ ਦਾ ਸਫ਼ਰ ਇਸ ਇਲਾਕੇ 'ਚੋਂ ਕਰਨ ਦੀ ਸੁਵਿਧਾ ਅਕਾਲੀ ਦਲ ਦੀ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇੱਥੇ ਦਿੱਤੀ ਗਈ ਸੀ। ਤਾਂ ਹੁਣ ਫਿਲਹਾਲ ਗੱਲ ਕਰੀਏ ਤਾਂ ਕਰੋਨਾ ਦੀ ਆੜ ਦੇ ਵਿੱਚ ਜਿਹੜਾ ਇਹਨੂੰ ਹੈ ਪਹਿਲਾਂ ਬੰਦ ਕਰ ਦਿੱਤਾ ਗਿਆ 에ਅਰਪੋਰਟ। ਤਾਂ ਹੁਣ ਉਸ ਤੋਂ ਬਾਅਦ ਹੁਣ ਇੱਥੇ ਜਿਹੜੀ ਫਲਾਈਟਾਂ ਸੀਗੀਆਂ ਉਹ ਕਰੀਬ 1 ਸਾਲ ਤੋਂ ਬੰਦ ਪਈ ਹੈ। ਵੱਡੀ ਉਪਲਬਧੀ ਸੀਗੀ ਇਹ, ਕਿਉਂਕਿ ਇਸ ਇਲਾਕੇ ਦੇ ਵਿੱਚ ਬਠਿੰਡਾ ਇਲਾਕੇ 'ਚ ਇਹ ਪਹਿਲਾ ਜਿਹੜਾ 에ਅਰਪੋਰਟ ਜਿਹੜਾ ਬਣਿਆ ਸੀਗਾ ਤਾਂ ਸਿਵਲ 에ਅਰਪੋਰਟ ਸੀਗਾ। ਤਾਂ ਇੱਕ ਵੱਡੀ ਲੋਕਾਂ ਨੂੰ ਉੱਥੇ ਸੁਵਿਧਾ ਮਿਲੀ ਸੀ ਕਿ ਬਠਿੰਡਾ ਤੋਂ ਦਿੱਲੀ ਜਾਣਾ ਜਾਂ ਬਠਿੰਡਾ ਤੋਂ ਜੰਮੂ ਜਾਣਾ, ਤਾਂ ਬਹੁਤ ਲੋਕ ਇੱਥੋਂ ਜਿਹੜੇ ਆ ਸਫ਼ਰ ਕਰਦੇ ਸੀ। ਮਾਤਾ ਵੈਸ਼ਨੋ ਦੇਵੀ ਵਾਸਤੇ ਬਹੁਤ ਇੱਥੋਂ ਲੋਕ ਜਿਹੜੇ ਆ ਜਾਂਦੇ ਸੀ। ਤਾਂ ਜੇਕਰ ਗੱਲ ਕਰੀਏ ਤਾਂ ਇਹਦੀ ਸ਼ੁਰੂਆਤ ਜਿਹੜੀ ਹੈ 11 ਦਸੰਬਰ 2016 ਦੇ ਵਿੱਚ ਕੀਤੀ ਗਈ ਸੀ। ਤਾਂ ਅਸ਼ੋਕ ਗਜਪਤੀ ਰਾਜੂ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ। ਜਿਹੜੇ ਸ਼ੁਰੂਆਤ ਜਦੋਂ ਹੋਈ ਸੀ ਤਾਂ ਕੇਂਦਰੀ ਜਿਹੜੇ ਮੰਤਰੀ ਹੈਗੇ ਸੀਗੇ। ਤਾਂ ਇਸ ਕਰਕੇ ਫਿਲਹਾਲ ਤੁਸੀਂ ਦੇਖ ਸਕਦੇ ਹੋ ਇਸ ਵਕਤ ਇਹ ਸਨਾਟਾ ਹੈਗਾ ਪੂਰਾ। ਇੱਥੇ ਬਿਲਕੁਲ ਫਲਾਈਟਾਂ ਜਿਹੜੀਆਂ 1 ਸਾਲ ਤੋਂ ਨਹੀਂ ਜਾ ਰਹੀਆਂ। ਇਹ ਸੜਕਾਂ ਦੇ ਉੱਤੇ ਜਿੱਥੇ ਰੌਣਕਾਂ ਲੱਗਦੀਆਂ ਸੀ ਅੱਜ ਇੱਥੇ ਬਿਲਕੁਲ ਖਾਲੀ ਹੈ। ਕਾਂ ਬੋਲਦੇ ਆ ਵੱਡਾ ਪ੍ਰੋਜੈਕਟ ਅਕਾਲੀ ਦਲ ਦਾ ਲਿਆਂਦਾ ਗਿਆ ਸੀ, ਪਰ ਫਿਲਹਾਲ ਇਸ ਪ੍ਰੋਜੈਕਟ ਨੂੰ ਕਿਤੇ ਨਾ ਕਿਤੇ ਕੇਂਦਰ ਸਰਕਾਰ ਵੱਲੋਂ ਵੀ ਜਿਹੜਾ ਬੰਦ ਕੀਤਾ ਗਿਆ। ਇੱਥੇ ਫਲਾਈਟਾਂ ਜਿਹੜੀਆਂ ਹੁਣ ਨਹੀਂ ਜਾ ਰਹੀਆਂ। ਤਾਂ ਕਾਂਗਰਸ ਵੱਲੋਂ ਵੀ ਕੋਈ ਪਹਿਲ ਕਦਮੀ ਨਹੀਂ ਕੀਤੀ ਗਈ ਕਿ ਇੱਥੋਂ ਦਿੱਲੀ ਆ ਮਾਤਾ ਵੈਸ਼ਨੋ ਦੇਵੀ ਵਾਸਤੇ ਜੰਮੂ ਜਿਹੜੇ ਲੋਕ ਸਫ਼ਰ ਕਰਦੇ ਆ, ਜਿਨ੍ਹਾਂ ਨੇ ਯਾਤਰਾ 'ਤੇ ਜਾਣਾ ਸੀ, ਉਹਨਾਂ ਨੂੰ ਵੱਡੀ ਇੱਕ ਸੁਵਿਧਾ ਸੀਗੀ। ਤਾਂ ਇਸ ਕਰਕੇ ਕਾਂਗਰਸ ਨੇ ਵੀ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਦਿੱਤਾ ਕਿ ਕਾਂਗਰਸ ਹੀ ਆਪਣੀ ਕੋਸ਼ਿਸ਼ ਕਰੇ ਤਾਂ ਜਿਹੜੇ ਵੀ ਉਡਿਆਨ ਮੰਤਰੀ ਹੈਗੇ ਆ, ਸਿਵਲ ਐਵੀਏਸ਼ਨ ਜਿਹੜੇ ਮਿਨਿਸਟਰ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਕੇ ਇੱਥੋਂ ਫਲਾਈਟ ਜਿਹੜੀ ਹੈ ਇੱਕ ਸ਼ੁਰੂ ਹੋਵੇ। ਪਰ ਫਿਲਹਾਲ 1 ਸਾਲ ਤੋਂ ਇੱਥੇ ਫਲਾਈਟਾਂ ਬੰਦ ਹੈ। ਤਾਂ ਇਸ ਬਾਰੇ ਤੁਹਾਨੂੰ ਵਿਰਕ ਕਲਾਂ ਦੇ ਜਿਹੜੇ ਵਸਨੀਕ ਨੇ ਉਹਨਾਂ ਨਾਲ ਵੀ ਗੱਲ ਕਰਵਾਉਂਦੇ ਆ ਕਿ ਇਸ 에ਅਰਪੋਰਟ ਦੇ ਬੰਦ ਹੋਣ ਨਾਲ ਪਿੰਡ ਵਾਸੀਆਂ ਨੂੰ ਕਿਸ ਤਰੀਕੇ ਦਾ ਜਿਹੜਾ ਨੁਕਸਾਨ ਹੈ ਉਹ ਪਹੁੰਚਿਆ। ਸਿਵਲ 에ਅਰਪੋਰਟ ਬਠਿੰਡਾ ਬੜਾ ਵਧੀਆ ਚੱਲ ਰਿਹਾ ਸੀ, ਬੜੀ ਸਵਾਰੀ ਆ ਰਹੀ ਸੀ। ਇਲਾਕੇ ਦੇ ਆਸੇ-ਪਾਸੇ ਗੰਗਾ ਨਗਰ ਤੱਕ ਦੇ ਲੋਕ ਇੱਥੋਂ ਆ ਕੇ ਇਸ ਸਹੂਲਤ ਦਾ ਉਹ ਸੁੱਖ ਮੰਨਦੇ ਸੀ। ਇਹ ਮੈਂ ਫੋਟੋ ਦਿਖਾ ਰਿਹਾ। ਜਦੋਂ ਅਸੀਂ ਇਸ 에ਅਰਪੋਰਟ ਦੀ ਜ਼ਮੀਨ ਨੂੰ ਅਕਵਾਇਰ ਕਰਵਾਈਏ ਲਈ ਹੈ ਸਾਥੋਂ ਇਹਨਾਂ ਨੇ, ਉਦੋਂ ਇਹ ਅਧਿਕਾਰੀ ਸੰਜੇ ਤ੍ਰਿਪਾਠੀ ਜੀ ਨੂੰ ਅਸੀਂ ਹਾਰ ਪਾ ਕੇ ਸਨਮਾਨਿਤ ਕਰ ਰਹੇ ਹਾਂ। ਔਰ ਇਹ ਉਹਨਾਂ ਦਾ ਅਸੀਂ ਉਦੋਂ ਸਾਡੀ ਸਮੁੱਚੀ ਪੰਚਾਇਤ ਨੇ ਔਰ ਅਸੀਂ 에ਅਰਪੋਰਟ ਆਫੀਸਰ ਸਾਹਿਬਾਨ, ਅਥਾਰਟੀ ਆਫ ਇੰਡੀਆ ਦੇ ਆਫੀਸਰ ਸਾਹਿਬਾਨਾਂ ਦਾ ਅਸੀਂ ਪੂਰਾ ਮਾਨ ਸਤਿਕਾਰ ਕਰਿਆ। ਔਰ ਇਹ ਰੀਤੀ ਰਿਵਾਜ, ਧਾਰਮਿਕ ਰੀਤੀ ਰਿਵਾਜਾਂ ਦੇ ਅਨੁਸਾਰ ਅਸੀਂ ਪੂਰੀ ਧਾਰਮਿਕ ਮਰਿਆਦਾਵਾਂ ਅਨੁਸਾਰ ਅਸੀਂ ਭੂਮੀ ਪੂਜਨ ਕਰਵਾਇਆ ਔਰ ਇਹਦਾ ਜਿਹੜਾ ਸ਼ਿਲਾਨਿਆਸ ਕਾਰਿਆਕਰਮ ਦਾ ਆਯੋਜਨ ਕਰਵਾਇਆ। ਇਹ ਅਸੀਂ ਪੂਰੀ ਪੰਚਾਇਤ, ਪੂਰੇ ਇਲਾਕੇ ਦੇ ਨਗਰ ਨਿਵਾਸੀ ਔਰ 에ਅਰਪੋਰਟ ਅਥਾਰਟੀ ਆਫ ਇੰਡੀਆ ਦੇ ਅਫਸਰ ਸਾਹਿਬਾਨਾਂ ਨੂੰ ਅਸੀਂ ਇੱਥੇ ਬੁਲਾਇਆ। ਇਹ ਸਾਡੇ ਪੰਡਤ ਜੀ श्री कृष्ण कुमार जी शर्मा जिन्होंने भूमि पूजन किया और ए बीबा जी बीबार सिंह कौर बादल जिन्होंने प्रयत्न सदका इतने एयरपोर्ट आया। और इस इलाके नूं नहीं बल्कि हरियाणा, पंजाब, राजस्थान, गंगानगर के समुचे इलाके नूं इहदा बड़ा वो सी। इत्थों जिहड़े श्रद्धालु सी जिवें जम्मू कश्मीर च उत्थे अपने धार्मिक स्थान मातावां दे धार्मिक स्थानां ते जांदे सी और 35-36 मिनटां च जिहड़े साडे श्रद्धालु लोग सी वो चले जांदे सी। उस टाइम उन्होंने इन्हां दी शुरुआत की और असीं सिविल एयरपोर्ट अथॉरिटी ऑफ इंडिया के अफसर साहबानां दा हार पा के स्वागत करते हुए और इन्हां दा उस समय ते पानी भी नहीं मिलता सी, बरानी इलाका सी, इन्हां दा ते चाह पानी का बंदोबस्त सारा असीं करदे हुंदे सन। और आज जो है जिस व्यक्ति ने ठेका लिया सी, रणवीर सिंह जी दिल्ली के बहुत बड़े ठेकेदार है, उन्होंने तो भी रीति रिवाज असी इतों की भूमि पूजन कराई। और एक कृष्ण से अपने कृष्ण शर्मा जी ने देखो जेसीबियां उस समय
ਜੇਸੀਬੀਆਂ ਨਾਲ ਇਹ ਸਮਾਨ ਕਾਰਜ ਦਾ ਕੰਮ ਜਿਹੜਾ ਹੈ ਉਹ ਹੋ ਰਿਹਾ ਹੈ। ਔਰ ਉਸ ਤੋਂ ਬਾਅਦ ਅਸੀਂ ਪਿੰਡ ਨੇ ਡਿਮਾਂਡ ਕਰੀ ਸੀ ਵੀ ਜਿੰਨੇ ਵੀ 에ਅਰਪੋਰਟ ਬਣੇ ਹੈ, ਜੇ ਪਾਲਮ ਹਵਾਈ ਅੱਡਾ ਹੈ ਦਿੱਲੀ ਉਹ ਵੀ ਪਿੰਡ ਸੀ, ਸਾਂਗਾ ਨਹਿਰ ਸੀ ਉਹ ਵੀ ਪਿੰਡ ਸੀ, ਬੰਬੇ 'ਚ ਇੱਕ ਕੋਈ ਸਿਵਲ 에ਅਰਪੋਰਟ ਉਹ ਵੀ ਪਿੰਡਾਂ ਦੇ ਨਾਂ ਸੀ ਵੀ ਸਾਡੇ ਪਿੰਡ ਦਾ 에ਅਰਪੋਰਟ ਦੇ ਨਾਂ ਦਾ ਵੀ ਵਿਰਕ ਕਲਾਂ ਤੇ ਨਾਂ ਰੱਖਿਆ ਜਾਵੇ। ਬਠਿੰਡਾ ਦੇ ਵਿਰਕ ਕਲਾਂ ਪਿੰਡ ਦੇ ਵਿੱਚ ਜਿਹੜਾ 에ਅਰਪੋਰਟ ਬਣਾਇਆ ਗਿਆ ਸੀਗਾ, ਬਠਿੰਡਾ ਟਰਮੀਨਲ, ਬੜਾ ਵੱਡਾ ਇੱਕ ਪ੍ਰੋਜੈਕਟ ਸੀਗਾ। ਅਕਾਲੀ ਦਲ ਦੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ੁਰੂ ਕੀਤਾ ਗਿਆ ਸੀ। ਤਾਂ ਇਹ ਜਿਹੜੇ ਪਿੰਡ ਦੇ ਵਸਨੀਕ ਤੁਹਾਨੂੰ ਦਿਖਾ ਦਈਏ ਅਸੀਂ, ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ, ਕਿਉਂਕਿ ਪਹਿਲੇ ਦਿਨ ਤੋਂ ਹੀ ਜਦੋਂ ਸ਼ੁਰੂਆਤ ਹੋਈ ਸੀ, ਮਤਲਬ ਗੱਲਾਂ ਚੱਲਦੀਆਂ ਸੀ ਕਿ ਬਠਿੰਡਾ ਟਰਮੀਨਲ ਜਿਹੜਾ ਸਟਾਰਟ ਹੋਣਾ, ਤਾਂ ਐਡਵਾਈਜ਼ਰੀ ਕਮੇਟੀ ਦੇ ਡਾਕਟਰ ਗੁਰਚਰਨ ਸਿੰਘ ਤੁਸੀਂ ਦੇਖ ਰਹੇ ਹੋ ਜਿਹੜੇ ਨਾਲ ਨੇ ਵਾਈਟ ਕੁੜਤੇ ਵਿੱਚ, ਇਹ ਮੈਂਬਰ ਨੇ ਐਡਵਾਈਜ਼ਰੀ ਕਮੇਟੀ ਜਿਹੜੀ ਬਣੀ ਸੀ। ਤਾਂ ਇਸ ਪਿੰਡ ਦੇ ਨਾਲ ਬੜਾ ਰੁਜ਼ਗਾਰ ਵੀ ਬਹੁਤ ਜੁੜ ਗਿਆ ਸੀ, ਬੜਾ ਕੰਮ ਲੋਕਾਂ ਨੂੰ ਮਿਲਣ ਲੱਗ ਗਿਆ ਸੀਗਾ। ਪਰ ਜਦੋਂ 2016 'ਚ 11 ਦਸੰਬਰ 2016 'ਚ ਪਹਿਲੀ ਜਿਹੜੀ ਫਲਾਈਟ ਹੈ ਦਿੱਲੀ ਤੋਂ ਬਠਿੰਡਾ ਇਸ ਟਰਮੀਨਲ ਤੇ ਪਹੁੰਚੀ ਸੀ, ਤਾਂ ਬੜੀਆਂ ਉਮੀਦਾਂ ਜਾਗੀਆਂ ਸੀ। ਤਾਂ ਉਮੀਦਾਂ ਦੇ ਨਾਲ ਕੰਮ ਬਹੁਤ ਮਿਲਿਆ ਸੀਗਾ ਇਸ ਪਿੰਡ ਦੇ ਲੋਕਾਂ ਨੂੰ ਵੀ, ਬਾਹਰ ਤੋਂ ਵੀ ਬੜੇ ਲੋਕ ਆਵਾਜਾਈ ਬਹੁਤ ਸੀ। ਪਰ ਹੁਣ ਜਿਹੜਾ 에ਅਰਪੋਰਟ ਇਹ ਬੰਦ ਕਰ ਦਿੱਤਾ ਗਿਆ, ਮਤਲਬ ਕਰੋਨਾ ਦੀ ਆੜ ਦੇ ਵਿੱਚ ਕਿਤੇ ਨਾ ਕਿਤੇ ਲਾਕਡਾਊਨ ਰਿਹਾ, ਤਾਂ ਵੀ ਉਸ ਤੋਂ ਬਾਅਦ ਕਾਂਗਰਸੀ ਸਰਕਾਰ ਨੇ ਵੀ ਕੋਈ ਪਹਿਲ ਨਹੀਂ ਕੀਤੀ ਕਿ ਇਹਨੂੰ ਚਲਾਇਆ ਜਾਵੇ, ਇੱਕ ਫਲਾਈਟ ਸ਼ੁਰੂ ਕਰਾਈ ਜਾਵੇ। ਪਰ ਹੁਣ ਫਿਲਹਾਲ ਜੇਕਰ ਹੁਣ ਦੀ ਗੱਲ ਕਰੇ ਤਾਂ ਪਿੰਡ ਵਾਸੀ ਬੜੇ ਮਾਯੂਸ ਨੇ ਕਿ ਬੜੀ ਮਿਹਨਤ ਨਾਲ ਅਕਾਲੀ ਦਲ ਦੀ ਸਾਬਕਾ ਜਿਹੜੇ ਮੰਤਰੀ ਸੀ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਉਹਨਾਂ ਵੱਲੋਂ ਪ੍ਰੋਜੈਕਟ ਲਿਆਂਦਾ ਗਿਆ ਸੀਗਾ, ਜਿਹਦੇ ਨਾਲ ਮਾਲਵੇ ਦੇ ਨਾਲ ਨਾਲ ਰਾਜਸਥਾਨ ਤੇ ਹਰਿਆਣਾ ਦੇ ਲੋਕਾਂ ਨੂੰ, ਯਾਨੀ ਗੰਗਾਨਗਰ ਤੱਕ, ਰਾਜਸਥਾਨ ਤੱਕ ਦੇ ਲੋਕ ਇੱਥੋਂ ਫਲਾਈਟਾਂ ਤੇ ਜਾਂਦੇ ਸੀ ਦਿੱਲੀ ਤੇ ਜਾਂ ਮਾਤਾ ਵੈਸ਼ਨੋ ਦੇਵੀ ਦਰਸ਼ਨ ਕਰਨੇ ਆ, ਤਾਂ ਜੰਮੂ ਤੱਕ ਸਿੱਧੀ ਫਲਾਈਟ ਜਿਹੜੀ ਹੈ ਉਹ ਵੀ ਚੱਲੀ ਸੀ। ਬਹੁਤ ਫਾਇਦਾ ਸੀ। ਸ਼ੁਰੂਆਤੀ ਦਿਨਾਂ ਤੋਂ ਹੀ ਡਾਕਟਰ ਗੁਰਚਰਨ ਸਿੰਘ ਜੀ ਨਾਲ ਗੱਲ ਕਰਦੇ ਆ, ਜਿਨ੍ਹਾਂ ਨੇ ਬੜੀ ਸ਼ਿੱਦਤ ਨਾਲ ਤੁਸੀਂ ਕੰਮ ਕੀਤਾ ਜੀ। ਇਹ ਸਾਰਾ ਕੁਝ ਤੁਹਾਡੇ ਅੱਗੇ ਹੀ ਹੋਇਆ। ਕਦੋਂ ਇਹਦੀ ਜ਼ਮੀਨ ਦਾ ਜਿਹੜਾ ਭੂਮੀ ਪੂਜਨ ਕੀਤਾ ਗਿਆ, ਵੱਡੀ ਮੰਗ ਸੀ। ਪਹਿਲਾਂ ਇਹ ਦੱਸੋ, ਇਸ ਟਰਮੀਨਲ ਦੇ ਬੰਦ ਹੋਣ ਨਾਲ ਕਿੰਨਾ ਨੁਕਸਾਨ ਹੋਇਆ ਤੁਹਾਨੂੰ? ਨੁਕਸਾਨ ਬਹੁਤ ਵੱਡਾ ਹੋਇਆ ਜੀ, ਕਾਰਨ ਕਿ 29 ਤੋਂ 30 ਜਿਹੜੇ ਇੱਥੇ ਮੁਲਾਜ਼ਮ ਸੀ ਆਸੇ-ਪਾਸੇ ਦੇ ਪਿੰਡਾਂ ਦੇ, ਸਾਡੇ ਪਿੰਡ ਵਿਰਕ ਕਲਾਂ ਦੇ, ਉਹਨਾਂ ਨੂੰ ਹਟਾ ਕੇ ਉਹਨਾਂ ਨੂੰ ਮੁਅੱਤਲ ਨਹੀਂ, ਉਹਨਾਂ ਦੀਆਂ ਸੇਵਾਵਾਂ ਸਮਾਪਤ ਹੋ ਗਈਆਂ। ਜਿੱਥੇ ਅੱਡਾ ਬੰਦ ਹੋਇਆ ਉੱਥੇ ਉਹਨਾਂ ਦੀ ਰੋਟੀ ਤੇ ਰੋਜ਼ੀ ਵੀ ਬੰਦ ਹੋਈ। ਜਦੋਂ ਤੁਹਾਨੂੰ ਲੱਗਦਾ ਹੈ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰੋਜੈਕਟ ਲਿਆਂਦਾ ਗਿਆ ਸੀ, ਬਹੁਤ ਲੋਕ ਜੁੜ ਗਏ ਸੀ ਇਹਦੇ ਨਾਲ, ਦੂਰੋਂ ਦੂਰੋਂ ਲੋਕ ਆਉਂਦੇ ਸੀ, ਰੁਜ਼ਗਾਰ ਚੱਲ ਪਿਆ ਸੀ, ਪਿੰਡ ਦੇ ਨੌਜਵਾਨ ਨੌਕਰੀ ਮਿਲਣ ਲੱਗੀਆਂ ਸੀ, ਉਦੋਂ ਵਧੀਆ ਮਾਹੌਲ ਸੀਗਾ। ਤੇ ਹੁਣ ਕੀ ਕਹੋਗੇ? ਬੜੀ ਰੌਣਕ, ਬੜਾ ਇੱਥੇ ਗੰਗਾਨਗਰ, ਹਰਿਆਣਾ, ਸਰਸਾ, ਦਿੱਲੀ ਲੋਕ ਆਉਂਦੇ ਜਾਂਦੇ ਸੀ। ਔਰ ਇੱਥੋਂ ਜੰਮੂ ਕਸ਼ਮੀਰ ਨੂੰ ਇੱਕ ਫਲਾਈਟ ਸ਼ੁਰੂ ਕੀਤੀ ਸੀ ਸਾਡੇ ਸਿਵਲ 에ਅਰਪੋਰਟ ਅਥਾਰਟੀ ਆਫ ਇੰਡੀਆ ਨੇ, ਬੀਬਾ ਹਰਸਿਮਰਤ ਜੀ ਦੇ ਪ੍ਰੀਅਤਨਾ ਸਦਕਾ। ਉਹ ਧਾਰਮਿਕ ਆਸਥਾ ਨੂੰ ਲੈ ਕੇ ਇੱਥੋਂ ਸਿਰਫ 35 ਮਿੰਟਾਂ 'ਚ ਜੰਮੂ ਚਲੇ ਜਾਂਦੇ ਸੀ, ਤੇ ਕਿਰਾਇਆ ਸੀ ਜਿਹੜਾ ਸਾਡਾ ਉਹ ਸਿਰਫ 1250 ਸੀ। ਔਰ 1250 38 ਮਿੰਟਾਂ 'ਚ ਆਪਣੇ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਔਰ ਦੂਸਰੇ ਦਿਨ ਵਾਪਸ ਆ ਜਾਂਦੇ ਸੀ। ਦਿੱਲੀ ਦੀ ਫਲਾਈਟ ਦਾ ਬੜਾ ਫਾਇਦਾ, ਵਪਾਰੀ ਬਹੁਤ ਜਾਂਦੇ ਸੀ ਦਿੱਲੀ ਫਲਾਈਟ ਇੱਥੋਂ ਬੜਾ, ਜਿੱਥੇ ਇੱਕ ਅਸੀਂ ਪ੍ਰਾਈਵੇਟ ਵਹੀਕਲ ਕਰਕੇ ਲਿਜਾਂਦੇ ਤਾਂ ਸਾਨੂੰ 10,000 ਰੁਪਇਆ ਲੱਗਦਾ ਸੀ ਔਰ ਟਾਈਮ ਲੱਗਦਾ ਸੀ 8 ਤੋਂ 10 ਘੰਟੇ। ਔਰ ਇੱਥੋਂ ਜਦੋਂ ਫਲਾਈਟ ਤੇ ਦਿੱਲੀ ਜਾਂਦੇ ਅਸੀਂ ਸਾਡੀ 에ਅਰ ਵਾਸਤੇ, ਤਾਂ ਮਾਤਰ 38 ਮਿੰਟ ਔਰ 1800 ਕਰਾਇਆ। 38 ਮਿੰਟ 1800 ਕਰਾਇਆ, ਇੰਨੇ 'ਚ ਅਸੀਂ ਦਿੱਲੀ ਚਲਾ ਜਾਣਾ ਕੰਮਕਾਰ ਕਰਕੇ, ਤੇ ਤੀਸਰੇ ਦਿਨ ਅਸੀਂ ਵਾਪਸ ਆ ਜਾਣਾ। ਹੁਣ ਬਿਲਕੁਲ ਸन्नाटा ਹੈਗਾ ਇੱਥੇ, ਕੋਈ ਆਵਾਜਾਈ ਬਿਲਕੁਲ ਵੀ ਨਹੀਂ ਹੈਗੀ। ਜਿਵੇਂ ਵਿਆਹ ਵਰਗੀਆਂ ਰੌਣਕਾਂ ਹੁੰਦੀਆਂ ਸੀ, ਤੇ ਹੁਣ ਜਿਵੇਂ ਕੋਈ ਮਰਗ ਹੋਈ ਹੁੰਦੀ ਉਹ ਸੋ ਗਏ, ਇੰਨਾ ਫਰਕ ਹੋ ਗਿਆ ਜੀ। ਕੀ ਕਹੋਗੇ ਕੇਂਦਰ ਦੀ ਸਰਕਾਰ ਹੈਗੀ, ਮੋਦੀ ਸਰਕਾਰ ਦੀ, ਕਿਉਂਕਿ ਸੌਗਾਤ ਉਹਦਾ ਇੱਕ ਠੇਕਾ ਹੁੰਦਾ, ਉਹ ਠੇਕੇ ਦਾ ਰੁਪਈਆ ਤਾਂ ਅਸੀਂ ਯਾਤਰੀ ਤੋਂ ਲੈਣੀ, ਜਿਹੜਾ 5-4 ਹਜ਼ਾਰ ਰੁਪਈਆ ਜਾਂ ਉੱਪਰਲਾ ਖਰਚਾ ਹੈ ਉਹ ਸਬਸਿਡੀ ਦੇ ਰੂਪ 'ਚ ਉਹਨਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਹੈ ਜੀ। ਤਾਂ ਉਹ ਇਸ ਤਰ੍ਹਾਂ ਦੀਆਂ ਸਹੂਲਤਾਂ ਦੁਬਾਰਾ ਬਹਾਲ ਕੀਤੀਆਂ ਜਾਣ ਔਰ ਇਸ ਅੱਡੇ ਨੂੰ ਚਾਲੂ ਕੀਤਾ ਜਾਵੇ ਔਰ ਉਹੋ ਹੀ ਰੌਣਕਾਂ ਇੱਥੇ ਲੈਂਦੀਆਂ ਜਾਣ। ਲੱਗਦਾ ਕਾਂਗਰਸ ਨੂੰ ਵੀ ਚਾਹੀਦਾ ਕਿ ਇਹ ਸ਼ੁਰੂ ਕਰਵਾਇਆ ਜਾਵੇ। ਕਾਂਗਰਸ ਨੂੰ ਤਾਂ ਬਹੁਤ ਚਾਹੀਦਾ, ਪਰ ਉਹ ਤਾਂ ਜੀ ਆਲੋਚਨਾਤਮਕ ਦ੍ਰਿਸ਼ਟੀਕੋਣ ਤਾਂ ਨਹੀਂ, ਪਰ ਇਹਨਾਂ ਚੀਜ਼ਾਂ ਕੰਨੀ ਉਹਨਾਂ ਦਾ ਖਿਆਲ ਹੀ ਨਹੀਂ। ਉਹਨਾਂ ਦਾ ਤਾਂ ਖਿਆਲ ਬਸ ਐਸ਼ ਪ੍ਰਸਤੀ ਔਰ ਆਪਣੇ ਝੂਠੇ ਵਾਅਦੇ ਇੱਕ ਤਰ੍ਹਾਂ ਨਾਲ ਇਹ ਹੈ। ਔਰ ਉਹ ਜੇ ਖਿਆਲ ਕਰਨ ਤਾਂ ਬੜਾ ਜ਼ਰੂਰੀ ਹੈ ਜੀ, ਕਾਂਗਰਸ ਚਾਹੇ।
ਗਵਰਨਮੈਂਟ ਸਰਕਾਰ ਬੜਾ ਵਧੀਆ ਕੁਝ ਕਰ ਸਕਦੀ ਹੈ। ਮਹਾਰਾਜਾ ਸਾਹਿਬ ਆਪ ਜਹਾਜ਼ ਤੇ ਜਾਣ, ਗੱਡੀਆਂ ਤੇ ਜਾਂਦੇ, ਜਿੱਥੇ ਸਾਡੇ ਪਿੰਡ 'ਚ ਹੋਣ, ਸਾਡੇ ਪਿੰਡ ਨੂੰ ਗਰਾਂਟਾਂ ਦੇ ਕੇ ਜਾਣ, ਅਸੀਂ ਵੀ ਉਹਨਾਂ ਦੇ ਦਰਸ਼ਨ ਕਰ ਸਕੀਏ। ਪਿੰਡ ਦੇ ਲੋਕਾਂ ਦੇ ਕਿੰਨੇ ਕੁ ਰੋਜ਼ਗਾਰ ਜਿਹੜੇ ਖੁੱਸੇ ਇਹਦੇ ਨਾਲ? ਘੱਟੋ ਘੱਟ ਸੈਂਕੜੇ ਲੋਕਾਂ ਤੇ ਅਸਰ ਪਿਆ। ਦਿਹਾੜੀ ਕਰਦੇ ਸੀ, ਇੱਥੋਂ ਦੇ ਮਾਲ ਪਸ਼ੂ ਜਾਂਦਾ ਸੀ, ਦੁੱਧ ਵੱਧ ਜਾਂਦਾ ਸੀ, ਬਾਕੀ ਰੋਟੀ ਪਾਣੀ ਜਾਂਦਾ ਸੀ। ਲੋਕ ਇੱਥੋਂ ਦੇ ਜਿਹੜੇ ਹੈ ਉੱਥੇ ਦਿਹਾੜੀ ਮਜ਼ਦੂਰੀ ਕਰਦੇ ਸੀ, ਸਭ ਬੰਦ। ਅਸੀਂ ਤਾਂ ਠੇਕਾ ਹੋਇਆ ਸੀ ਵੀ ਇਹਨੂੰ ਜਿਹੜਾ ਹੈ ਇਹਦਾ ਜਿਹੜਾ ਹੈ ਇਹ ਬੰਦ ਹੋ ਚੁੱਕਿਆ, ਜਿਹਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਹਾਂ, ਮੇਰੇ ਆਪ ਖੁਦ ਦੇ 2 ਲੜਕੇ ਏਅਰ ਇੰਡੀਆ ਕੰਪਨੀ 'ਚ ਕੰਮ ਕਰਦੇ ਹੈ। ਹੁਣ ਇੱਕ ਤਾਂ ਦੇਹਰਾਦੂਨ ਚਲਿਆ ਗਿਆ ਬਦਲ ਕੇ, ਅੱਗੇ ਹੋ ਦੋਨੋਂ ਇੱਥੇ ਸੀ। ਤੇ ਬਾਕੀ ਹੋਰ ਬਹੁਤ ਵੱਡਾ ਨੁਕਸਾਨ ਹੋਇਆ। ਵਿੱਚ ਕਈ ਮੁੰਡੇ ਨੌਕਰੀ ਛੱਡ ਕੇ ਬਾਹਰ ਜਾਣ ਦੇ ਮਾਰੇ ਨਹੀਂ ਗਏ। ਤੇ ਬਾਕੀ ਸਾਰੇ ਦੇ ਸਾਰੇ ਲੋਕ ਹੀ ਜਿਹੜੇ ਇੱਥੋਂ ਦੇ ਹੁਣ ਤੰਗ ਹੈ। ਜੇ ਇੱਥੇ ਅੱਡਾ ਚੱਲ ਜੇ ਤਾਂ ਫੇਰ ਖੁਸ਼ਹਾਲੀ ਆ ਸਕਦੀ ਹੈ। ਜਦੋਂ ਜਹਾਜ਼ ਚੱਲਦਾ ਸੀ, ਇੱਥੋਂ ਸਵਾਰੀਆਂ ਆਉਂਦੀਆਂ ਸੀ, ਬਾਹਰੋਂ ਵੀ ਲੋਕ ਬਹੁਤ ਆਉਂਦੇ ਸੀਗੇ, ਤਾਂ ਪਿੰਡ ਨੂੰ ਵੀ ਰੋਜ਼ਗਾਰ ਮਿਲਿਆ ਸੀ ਪਿੰਡ ਦੇ ਲੋਕਾਂ ਨੂੰ? ਹਾਂਜੀ ਹਾਂਜੀ, ਬਹੁਤ ਰੁਜ਼ਗਾਰ ਮਿਲਿਆ ਸੀ। ਬਹੁਤ ਇੱਥੋਂ ਕਿਰਾਏਦਾਰ ਸੀ ਜਿਹੜੇ ਉਹ ਗੱਡੀਆਂ ਤੇ ਵੀ ਲੈ ਕੇ ਜਾਂਦੇ ਸੀ ਲੋਕਾਂ ਨੂੰ, ਜਿਹੜੇ ਸਵਾਰੀਆਂ ਉਤਰਦੀਆਂ ਸੀ, ਤੇ ਬਹੁਤ ਰੁਜ਼ਗਾਰ ਮਿਲਿਆ ਸੀਗਾ। ਰੌਣਕ ਖਤਮ ਹੋ ਚੁੱਕੀ ਹੈ। ਰੌਣਕ ਸਾਰੀ ਖਤਮ ਹੋ ਚੁੱਕੀ ਤੇ ਰੁਜ਼ਗਾਰ ਵੀ ਖਤਮ ਹੋ ਚੁੱਕਿਆ ਜਿਹੜਾ ਅੱਡੇ ਦੇ ਨਾਲ ਜੁੜਿਆ ਸੀ। ਪੰਜਾਬ ਦੀ ਤੇ ਮੋਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਤਾਂ ਕੀ ਕਹੀਏ, ਮੋਦੀ ਤੋਂ ਹੁਣ ਅਸੀਂ ਤਾਂ ਮੋਦੀ ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੇ। ਠੀਕ ਹੈ ਨਾ, ਬੈਠਾ ਭਲਾ ਉਹਦੇ ਕੋਲੇ ਬਹੁਮਤ ਹੈਗੀ, ਪਰ ਅਸੀਂ ਉਹਨੂੰ ਪ੍ਰਧਾਨ ਮੰਤਰੀ ਨਹੀਂ ਮੰਨਦੇ। ਲੱਗਦਾ ਹੈ ਕਿ ਉਹਨੂੰ ਚਲਾਉਣਾ ਚਾਹੀਦਾ 에ਅਰਪੋਰਟ? ਹਾਂ, 에ਅਰਪੋਰਟ ਚਲਾਉਣਾ ਚਾਹੀਦਾ, ਪਰ ਉਹਦਾ ਤਾਂ ਧਿਆਨ ਹੀ ਨਹੀਂ। ਪੰਜਾਬ ਦੀ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ। ਪੰਜਾਬ ਦੀ ਸਰਕਾਰ ਵੀ ਕੋਈ ਧਿਆਨ ਨਹੀਂ ਦੇ ਰਹੀ। ਉਹ ਤਾਂ ਪੰਜਾਬ ਦੀ ਸਰਕਾਰ ਹੈ ਜਿਹੜੀ, ਇਹ ਤਾਂ ਜਿਹੜੇ ਕੈਪਟਨ ਨੇ, ਉਹਨੇ ਬਾਦਲ ਸਾਹਿਬ ਨੇ ਕੰਮ ਕੀਤੇ ਸੀ, ਉਹ ਸਾਰੇ ਕੰਮ ਬੰਦ ਕਰਨ ਤੇ ਹੋਈ ਹੈ। ਕੁਛ ਨਹੀਂ ਕੀਤਾ। ਪਹਿਲਾਂ ਰਿਫਾਈਨਰੀ ਸੀਗੀ, 5 ਸਾਲ ਉਹ ਬੰਦ ਪਈ ਰਹੀ ਸੀ, ਫਿਰ ਦੁਬਾਰਾ ਬਾਦਲ ਸਾਹਿਬ ਨੇ ਆਇਆ ਸੀ ਤਾਂ ਚਲਾਈ ਸੀ, ਤੇ ਉਹ ਤਾਂ ਬਾਦਲ ਸਾਹਿਬ ਦੇ ਕੰਮ ਕੀਤੇ ਸਾਰੇ ਬੰਦ ਕਰਨ ਤੇ ਤਿਆਰ। ਬਿਲਕੁਲ ਜੀ। ਹੋਰ ਵੀ ਪਿੰਡ ਦੇ ਵਸਨੀਕ ਨੇ। ਜਿਹੜਾ 에ਅਰਪੋਰਟ ਬੰਦ ਹੋਇਆ ਜੀ, ਇਹਦਾ ਫਾਇਦਾ ਕਿੰਨਾ ਸੀ ਤੁਹਾਨੂੰ? ਸਾਨੂੰ ਸਾਡੇ ਨਗਰ ਨੂੰ ਬਹੁਤ ਫਾਇਦਾ ਸੀਗਾ ਜੀ। ਸਾਰੇ ਨਗਰ ਵਾਲੇ ਬੰਦੇ ਸੀਗੇ ਜਿਹੜੇ ਗਰੀਬ ਆਦਮੀ ਸੀ, ਉੱਥੇ ਦਿਹਾੜੀ ਕਰਦੇ ਸੀ, ਦਿਹਾੜੀ ਜਾਂਦੇ ਸੀਗੇ ਜੀ, ਆਪਦਾ ਰੁਜ਼ਗਾਰ ਚਲਾਉਂਦੇ ਸੀ। ਹਾਂ, ਉੱਥੇ ਜਿਸ ਦਿਨ ਇਹ ਸਟਾਰਟ ਹੋਇਆ ਉਸ ਦਿਨ ਮੈਂ ਬ੍ਰਾਹਮਣ ਹੈ, ਪੰਡਤ ਹਾਂ, ਉਸ ਦਿਨ ਮੈਨੂੰ ਪੂਜਾ ਵਾਸਤੇ ਜਿਹੜੀ ਪੂਜਨ ਹੋਈ ਸੀ, ਭੂਮੀ ਪੂਜਨ ਜਿਹੜਾ ਕੀਤਾ ਗਿਆ ਸੀ, ਇਹ ਤੁਸੀਂ ਕੀਤਾ ਹੈ? ਤੁਹਾਡੀ ਫੋਟੋ? ਹਾਂ, ਇਹ ਮੈਂ ਕੀਤਾ ਜੀ। ਇਹ ਆਹ ਫੋਟੋ ਮੇਰੀ ਹੈ ਜੀ। ਇਹ ਜਿਹੜਾ ਗਲ 'ਚ ਪਰਨਾ ਪਾਇਆ ਹੋਇਆ, ਚਿੱਟੇ ਮੇਰੇ ਕੱਪੜੇ ਪਾਏ ਹੋਏ ਆ, ਇਹ ਮੈਂ ਹੱਥੋਂ ਪੂਜਨ ਹੋਇਆ। ਤਾਂ ਅੱਜ ਕਿੰਨਾ ਤੁਹਾਨੂੰ ਅਫਸੋਸ ਹੈ ਕਿ ਇਹ ਬੰਦ ਕੀਤਾ ਗਿਆ? ਹਾਂ ਜੀ, ਮੈਂ ਤਾਂ ਜੀ ਇਹ ਸ਼ੁਭ ਵਾਸਤੇ ਕੀਤਾ ਸੀਗਾ ਜੀ। ਬੰਦ ਹੋਣ ਤੇ ਮੈਨੂੰ ਅਫਸੋਸ ਬਹੁਤ ਹੈ ਜੀ। ਹਾਂਜੀ, ਲੱਗਦਾ ਹੈ ਕਿ ਸਰਕਾਰ ਨੂੰ, ਕੇਂਦਰ ਤੇ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਪੰਜਾਬ? ਹਾਂ ਜੀ, ਅਸੀਂ ਤਾਂ ਕਹਿੰਦੇ ਛੇਤੀ ਤੋਂ ਛੇਤੀ, ਜਲਦੀ ਤੋਂ ਜਲਦੀ ਇਸ ਨੂੰ ਚਾਲੂ ਕਰਨ ਹੈ। ਸਾਡਾ ਵੀ ਜਿਹੜਾ ਕੀਤਾ ਹੋਇਆ ਸਾਨੂੰ ਵੀ ਫਲ ਮਿਲੇ ਇਹਦਾ ਜੀ। ਹਾਂਜੀ, ਰੌਣਕ ਕਿੰਨੀ ਘਟੀ ਹੈ? ਰੌਣਕ ਬਹੁਤ ਘਟ ਗਈ ਜੀ। ਉੱਥੇ ਤਾਂ ਫਿਰ ਕੁਝ ਵੀ ਨਹੀਂ। ਹੁਣ ਜੇ ਤੁਸੀਂ ਜਾ ਕੇ ਦੇਖੋ ਜੀ, ਉੱਥੇ ਤਾਂ ਕਾਂ ਪਈ ਜਾਂਦੇ ਆ ਜੀ। ਬਿਲਕੁਲ ਕੁਛ ਨਹੀਂ ਜਾਵੇ ਕੋਈ ਕੀ, ਜਦੋਂ ਉੱਥੇ ਕੋਈ ਕੰਮ ਹੀ ਨਹੀਂ ਜੀ ਹੈ ਜੀ। ਆਹ ਕੁਛ ਹੈ ਜੀ, ਉੱਥੇ ਬਿਲਕੁਲ ਨੁਕਸਾਨ ਹੀ ਨੁਕਸਾਨ ਹੈ ਜੀ। ਹੁਣ ਕੀ ਕਹੋਗੇ ਜੀ? ਫਲਾਈਟਾਂ ਬੰਦ ਹੋ ਗਈਆਂ, 에ਅਰਪੋਰਟ ਵੀ ਬੰਦ, ਮਤਲਬ ਬੰਦ ਹੋ ਹੀ ਗਿਆ, ਫਲਾਈਟਾਂ ਨਹੀਂ ਜਾ ਰਹੀਆਂ, ਕੀ ਕਹੋਗੇ? ਇਹਦਾ ਬਹੁਤ ਨੁਕਸਾਨ ਹੋਇਆ ਜੀ। ਅਸੀਂ ਵੀ ਦਿੱਲੀ ਇਹ 에ਅਰਪੋਰਟ ਤੋਂ ਚੜ੍ਹ ਕੇ ਦਿੱਲੀ ਗਏ ਸੀਗੇ ਜੀ ਜਹਾਜ਼ ਤੇ ਕੈਨੇਡਾ ਗਏ ਸੀ। ਉਸ ਤੋਂ ਬਾਅਦ ਹੁਣ ਕੈਨੇਡਾ ਤੋਂ ਜੇ ਆਉਣੇ ਆ ਤਾਂ ਵੀ ਮਤਲਬ ਉੱਥੇ ਦਿੱਲੀ ਤੋਂ ਸਾਨੂੰ ਮਿਲ ਜਾਂਦਾ ਸੀ ਅੱਗੇ ਤਾਂ ਇਹ ਜਹਾਜ਼। ਹੁਣ ਸਾਨੂੰ ਮੁਸ਼ਕਿਲ ਹੋ ਗਿਆ ਜੀ। ਸਰਕਾਰ ਨੂੰ ਤਾਂ ਅਸੀਂ ਇਹ ਕਹਾਂਗੇ ਜੀ, ਇਹਨੂੰ ਜਲਦੀ ਤੋਂ ਜਲਦੀ ਚਲਾਇਆ ਜਾਵੇ, ਲੋਕਾਂ ਨੂੰ ਇਸ ਦਾ ਬਹੁਤ ਫਾਇਦਾ ਜੀ। ਬਿਲਕੁਲ ਜੀ। ਜਦੋਂ 2 ਫਲਾਈਟਾਂ ਸਟਾਰਟ ਹੋਈਆਂ ਸੀਗੀਆਂ, ਦਿੱਲੀ ਹਫ਼ਤੇ 2 ਦਿਨ ਜਾਂਦੀਆਂ ਸੀ, ਤਾਂ ਉਦੋਂ ਰਸ਼ ਵਧਿਆ ਤੇ ਜੰਮੂ ਨੂੰ ਫਲਾਈਟ ਆ ਗਈ ਹੈ। ਤੁਹਾਨੂੰ ਲੱਗਦਾ ਹੈ ਕਿ ਇੱਕ ਵਧੀਆ ਮੌਕਾ ਲੋਕਾਂ ਦੇ ਹੱਥੋਂ, ਵਪਾਰੀਆਂ ਦੇ ਹੱਥੋਂ, ਆਮ ਲੋਕਾਂ ਤੋਂ ਖੋਹ ਲਿਆ ਗਿਆ, ਜਿਨ੍ਹਾਂ ਨੂੰ ਇੱਕ ਸੌਗਾਤ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਿੱਤੀ ਸੀ? ਬਾਦਲ ਸਾਹਿਬ ਦੀ ਦਿੱਤੀ ਹੋਈ ਸੁਗਾਤ ਨਾ ਕਿ ਇੱਕ ਰੁਜ਼ਗਾਰ ਦਾ ਬਹੁਤ ਵੱਡਾ ਇਹ ਅਵਸਰ ਸੀ, ਰੁਜ਼ਗਾਰ ਸੀ ਲੋਕਾਂ ਵਾਸਤੇ। ਦੇਖੋ, ਟੈਕਸੀ ਵਾਲੇ ਬਠਿੰਡੇ ਤੋਂ ਟੈਕਸੀਆਂ ਆਉਂਦੀਆਂ, ਉਹ ਉਹਨਾਂ ਦੇ ਸਵਾਰੀ ਦੇ ਪੈਸੇ ਬਣਦੇ, ਬਾਕੀ ਰਸਤੇ 'ਚ ਉਹਨਾਂ ਦਾ ਆਮਦਨ ਦਾ ਸਾਧਨ ਸੀ। ਔਰ ਹਫ਼ਤੇ 'ਚੋਂ 2-3 ਫਲਾਈਟਾਂ ਇੱਥੋਂ ਦਿੱਲੀ ਜੰਮੂ ਜਾਂਦੀਆਂ, ਤਾਂ ਬੜੀ ਰੌਣਕ ਔਰ ਬੜੇ ਆਮਦਨ ਦੇ ਸੋਰਸ। ਕਿਰਾਇਆ ਬਹੁਤ ਘੱਟ ਸੀ ਜੀ। ਕਿਰਾਇਆ ਹੁਣ ਦੇਖੋ, ਜੰਮੂ ਦਾ 1250 ਔਰ ਦਿੱਲੀ ਦਾ 1800। ਦਿੱਲੀ 1800 ਰੁਪਏ ਸਿਰਫ ਹਾਂ ਹਵਾਈ ਜਹਾਜ਼ ਤੇ, ਔਰ 38 ਮਿੰਟਾਂ 'ਚ ਚਲੇ ਜਾਣਾ। ਦੇਖੋ ਕਿੰਨੀ ਵੱਡੀ ਸਹੂਲਤ ਸੀ। ਬੜਾ ਦੁੱਖ ਪਹੁੰਚਦਾ। ਔਰ ਉਸ ਵੇਲੇ ਬੜਾ ਇੱਥੇ ਬਰਾਨੀ ਜਿਵੇਂ, ਅੱਛਾ, ਸੁਰੱਖਿਆ ਦੇ
ਦ੍ਰਿਸ਼ਟੀ ਤੋਂ, ਸਿਕਿਉਰਿਟੀ ਐਂਗਲ ਤੋਂ, that is very important. Civil airport, civil air force belong to civil defense of India, biggest civil air force station from the northern India, ਜੋ ਸਿਕਿਉਰਿਟੀ ਐਂਗਲ ਤੋਂ ਬਹੁਤ ਵੱਡਾ 에ਅਰਪੋਰਟ ਸਟੇਸ਼ਨ ਹੈ, ਸਿਕਿਉਰਿਟੀ ਪੱਖੋਂ ਬੜਾ ਵਧੀਆ ਜਗ੍ਹਾ ਸੀ ਇਹ, ਚੱਲ ਸਕਦਾ ਜੀ। ਚੱਲ ਸਕਦਾ ਚੱਲ। ਜੀ ਬਿਲਕੁਲ, ਇਹ ਸਾਰੇ ਵਸਨੀਕ ਜਿਹੜੇ ਨੇ ਇੱਥੋਂ ਦੇ ਹੀ ਨੇ। ਜਿਹੜੇ ਪੰਡਤ ਜੀ ਨੇ ਭੂਮੀ ਪੂਜਨ ਕੀਤਾ ਉਹ ਵੀ ਨਾਲ ਮੌਜੂਦ ਨੇ, ਤੇ ਜਿਹੜੇ ਮੈਂਬਰ ਨੇ ਐਡਵਾਈਜ਼ਰੀ ਤੇ ਸਾਰੇ, ਇਹ ਉਹ ਲੋਕ ਨੇ ਜਿਨ੍ਹਾਂ ਦੇ ਅੱਗੇ ਇਹਦੀ ਸ਼ੁਰੂਆਤ ਹੋਈ ਹੈ। ਸ਼ੁਰੂਆਤ ਕੀਤੀ ਬਹੁਤ ਵਧੀਆ ਸੀ, ਸ਼ੁਰੂਆਤ ਚੱਲੀ ਵੀ ਬਹੁਤ ਵਧੀਆ, ਪਰ ਕਿਤੇ ਨਾ ਕਿਤੇ ਸਰਕਾਰਾਂ ਦੇ ਜਿਹੜੇ ਮਨਸੂਬੇ ਹੈ ਉਹ ਆਮ ਲੋਕਾਂ ਦੇ ਨਾਲ, ਰੋਜ਼ਗਾਰ ਦੇ ਨਾਲ ਨਹੀਂ ਹੈਗੇ ਆ। ਸਰਕਾਰਾਂ ਧਿਆਨ ਨਹੀਂ ਦਿੰਦੀਆਂ, ਚਾਹੇ ਉਹ ਕੇਂਦਰ ਦੀ ਸਰਕਾਰ ਹੈਗੀ ਤੇ ਚਾਹੇ ਹੁਣ ਮੌਜੂਦਾ ਪੰਜਾਬ ਦੀ ਸਰਕਾਰ ਆ। ਅਕਾਲੀ ਦਲ ਦਾ ਡ੍ਰੀਮ ਪ੍ਰੋਜੈਕਟ ਸੀਗਾ, ਬੜੇ ਲਾਹੇ ਲੋਕਾਂ ਨੂੰ ਮਿਲਿਆ, ਬੜੇ ਫਾਇਦੇ ਮਿਲੇ ਆ, ਬੜੇ ਲੋਕ ਦਿੱਲੀ ਜੰਮੂ ਸਫ਼ਰ ਕਰਦੇ ਰਹੇ ਆ। 1800-1200 ਕਿਰਾਇਆ ਸੀਗਾ ਜਹਾਜ਼ ਦਾ, ਜਿਹਦੇ ਵਿੱਚ ਆਰਾਮ ਨਾਲ ਬੈਠ ਕੇ ਜਾਇਆ ਜਾਂਦਾ ਸੀ, ਟਾਈਮ ਦੀ ਬਚਤ ਹੁੰਦੀ ਸੀ। ਪਰ ਅੱਜ ਇਸ ਵਿਰਕ ਕਲਾਂ ਦੇ ਜਿਹੜੇ ਬਠਿੰਡਾ ਟਰਮੀਨਲ ਦੇ ਬੰਦ ਹੋਣ ਨਾਲ ਜਿੱਥੇ ਸਨਾਟਾ ਛਾਇਆ, ਉੱਥੇ ਪਿੰਡ ਵਾਸੀ ਵੀ ਬੜੇ ਜ਼ਿਆਦਾ ਮਾਯੂਸ ਨੇ। ਮੰਗ ਕਰ ਰਹੇ ਨੇ ਪੰਜਾਬ ਦੀ ਸਰਕਾਰ ਤੋਂ ਤੇ ਨਾਲ ਕੇਂਦਰੀ ਸਰਕਾਰ ਤੋਂ ਕਿ ਉਹਨਾਂ ਦੇ ਪਿੰਡ ਦੇ ਵਿੱਚ ਜਿਹੜਾ ਬਠਿੰਡਾ ਟਰਮੀਨਲ ਸਟਾਰਟ ਹੋਇਆ ਸੀ, ਇੱਥੋਂ ਫਲਾਈਟਾਂ ਜਿਹੜੀਆਂ ਸ਼ੁਰੂ ਕਰਵਾਈਆਂ ਜਾਣ ਤਾਂ ਕਿ ਪਿੰਡ ਦੀ ਰੌਣਕ ਬਣੀ ਰਹੇ ਤੇ ਪਿੰਡ ਦੇ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਮਿਲਿਆ ਸੀ ਉਹ ਵੀ ਚੱਲਦਾ ਰਹੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਵਿਰਕ ਕਲਾਂ, ਬਠਿੰਡਾ।